Shakti Sharma, produced by Shivani Sharma and directed by Kapil Sharma ji. So we are having the premiere on Sunday in a museum, and in that context, आज हम मिल रहे हैं. हाँ. Yeah, so you are already invited there. So 12 to 1 in the museum, auditorium museum. And hot coffee also. And followed by brewed coffee. So कुछ पूछना है आपने तो बता दिया कि सियालकोट डिस्ट्रिक्ट में एक गांव था, तो वहाँ मेरा जन्म हुआ. चंडीगढ़ तो नेचर ले आई, पार्टीशन बन गई, तो सियालकोट तो छूट गया. उस वक़्त हमारे फादर एक टीचर थे, वो मंटगोमरी में काम करते थे, तो सियालकोट वो भी छोड़ गए थे. तो वहाँ से हम लोग समर वेकेशन थे, वो मास्टरां ਨੂੰ ਹੀ ਸਮਰ ਦੀਆਂ ਛੁੱਟੀਆਂ ਹੋ ਜਾਂਦੀਆਂ ਨੇ ਤੇ ਸਟੂਡੈਂਟਸ ਨੂੰ ਹੀ, ਤੇ ਅਸੀਂ ਸਾਰੇ ਆਪਣੇ ਪਿੰਡਾਂ 'ਚ ਆਏ ਹੋਏ ਸਨ. ਤੇ ਉੱਥੋਂ ਫਿਰ ਇਹ ਪਾਕਿਸਤਾਨ ਦਾ ਹੋ ਗਿਆ ਜੀ, ਤੇ ਉੱਥੋਂ ਹੀ ਅਸੀਂ ਇੱਧਰ ਨੂੰ ਆ ਗਏ. ਮਤਲਬ ਕਹਿਣ ਦਾ ਇਹ ਕਿ ਇੱਕ ਕੱਪੜਾ ਤੱਕ ਨਹੀਂ ਅਸੀਂ ਲਿਆ ਸਕੇ. ਤੇ ਇਸ ਤਰ੍ਹਾਂ ਦੀ ਮਾੜੀ ਹਾਲਤ ਦੇ ਵਿੱਚ ਅਸੀਂ ਇੰਡੀਪੈਂਡੈਂਟ ਇੰਡੀਆ ਦੇ ਵਿੱਚ ਪਹੁੰਚੇ, ਬਾਰਡਰ ਕ੍ਰਾਸ ਕਰਕੇ. ਚੰਡੀਗੜ੍ਹ ਇਹ ਬਣਾਉਣ ਦੀ ਗੱਲ ਤਾਂ ਚੱਲਣੀ ਸੀ, ਕਿਉਂਕਿ ਪੰਡਿਤ ਨਹਿਰੂ ਬੜੇ ਅੰਡਰ ਪ੍ਰੈਸ਼ਰ ਸਨ. 2 ਸਵਾਲ ਸਨ ਚੰਡੀਗੜ੍ਹ ਬਣਾਉਣ ਵਾਸਤੇ. ਇੱਕ ਤਾਂ ਸੀਟ ਆਫ ਗਵਰਨਮੈਂਟ, ਕਿ ਜਿੱਥੋਂ ਗਵਰਨਮੈਂਟ ਫੰਕਸ਼ਨ ਕਰ ਸਕੇ. ਜਿਸ ਦੇ ਵਿੱਚ ਮੇਜਰ 3 ਬਿਲਡਿੰਗਾਂ ਹੁੰਦੀਆਂ ਨੇ, ਹਾਈ ਕੋਰਟ ਹੈ, ਸੈਕਟਰੀਏਟ ਹੈ, ਅਸੈਂਬਲੀ ਹੈ. ਇਹ ਕਦੀ ਸ਼ਿਮਲੇ ਲੈ ਜਾਂਦੇ ਸਨ, ਕਦੀ ਕਿਤੇ ਸੋਲਨ, ਕਦੀ ਕਿਤੇ. ਅਤੇ ਉੱਥੇ ਜਿਹੜੇ ਮਾੜੇ ਹਾਈ ਕੋਰਟ ਅਗਰ ਲੈ ਜਾਣ ਤਾਂ ਉੱਥੇ ਕਿਸਾਨ ਲੋਕ ਸਰਦੀਆਂ ਦੇ ਵਿੱਚ, ਅਤੇ ਉਹਨਾਂ ਮੁਸ਼ਕਿਲ ਹੀ ਪੈਂਦੀ ਸੀ. ਅਤੇ ਇਸ ਵਾਸਤੇ ਇੱਕ ਤਾਂ ਇਹ ਕਾਰਨ ਸੀ ਜਿਹਦੇ ਵਾਸਤੇ ਸ਼ਹਿਰ ਬਣਨਾ ਅਪਰੋਚੇਬਲ ਜਗ੍ਹਾ 'ਤੇ, ਠੀਕ ਜਗ੍ਹਾ 'ਤੇ, ਬਾਰਡਰ ਤੋਂ ਵੀ ਦੂਰ ਹੋਏ, ਹਰ ਤਰ੍ਹਾਂ ਦੇ ਅੱਛਾ ਹੋਏ, ਅਤੇ ਇਹਨਾਂ ਨੂੰ ਬੜੀ ਅੱਛੀ ਸਾਈਟ ਮਿਲ ਗਈ. ਆਫਕੋਰਸ ਉਹਦੇ 'ਚ ਪਿੱਛੇ ਬੜੇ ਐਫਰਟ ਹੁੰਦੀ ਹੈ. ਮਿਸਟਰ ਪੀ.ਐਲ. ਵਰਮਾ ਨੇ, ਹੋਰ ਲੋਕਾਂ ਨੇ ਬਾਈ ਏਅਰ ਸਾਰੇ ਸਰਵੇ ਕਰਕੇ ਦੇਖ ਦਿਖਾ ਕੇ ਅਤੇ ਇਹ ਜਗ੍ਹਾ ਚੁਣੀ. ਅਤੇ ਉੱਥੇ ਚੰਡੀਗੜ੍ਹ ਦੀ ਇੱਕ ਕਾਰਨ ਸੀ. ਦੂਸਰਾ ਕਾਰਨ ਇਹ ਸੀ ਰਿਹੈਬਿਲਿਟੇਟ ਕਰਨਾ ਰਿਫਿਊਜੀਆਂ ਨੂੰ. ਇਹ ਇੱਕ ਪੋਲੀਟੀਕਲ ਪ੍ਰੈਸ਼ਰ ਵੀ ਸੀ, ਅਤੇ ਨਹਿਰੂ ਨੂੰ ਸਾਰੇ ਕਹਿ ਰਹੇ ਸਨ ਕਿ ਬਈ ਇਹ ਇੰਨੇ ਰਿਫਿਊਜੀ ਆ ਗਏ, ਹੁਣ ਕੀ ਹੈ, ਕਿਉਂਕਿ ਉਹ ਫਸਟ ਪ੍ਰਾਈਮ ਮਿਨਿਸਟਰ ਆਫ ਇੰਡੀਆ ਸੀ. ਅਤੇ ਇਹ ਦੂਜੀ ਰੀਜ਼ਨ ਸੀ ਕਿ ਰਿਹੈਬਿਲਿਟੇਟ ਕਰਨਾ. ਇਹ 2 ਰੀਜ਼ਨ ਸਨ ਜਿਹਦੇ ਵਾਸਤੇ ਕੈਪੀਟਲ ਬਣਨਾ ਬੜਾ ਜ਼ਰੂਰੀ ਸੀ. ਐਕਸਪੀਰੀਅੰਸ ਜਦੋਂ ਜਨਰਲ ਸਾਹਿਬ, ਜਿਹਦੇ ਉਹਦੇ ਕਜ਼ਨ ਔਰ ਚੀਫ ਆਰਕੀਟੈਕਟ ਸਨ, ਉਹ ਆਰਕੀਟੈਕਟ ਐਡਵਾਈਜ਼ਰ ਸੀ ਸਟੇਟ ਦਾ, ਕਰਬੂਜ਼ੀਅਰ, ਉਹਦੇ ਕੋਲ ਮੈਨੂੰ ਲੈ ਗਏ, ਇਹ ਤੁਹਾਡੇ ਨਾਲ ਕੰਮ ਕਰੇਗਾ ਮਿਊਜ਼ੀਅਮ ਐਂਡ ਆਰਟ ਗੈਲਰੀ 'ਚ. ਅਤੇ ਸਾਡੀ ਤਾਂ ਫਿਰ ਹੁੰਦਾ ਨਾ ਕਿ ਬਹੁਤ ਆਦਮੀ ਬੜਾ ਹੋਏ, ਉਹਦਾ ਆਹ ਹੁੰਦਾ ਹੈ, ਔਰ ਤੁਸੀਂ ਯੰਗ ਹੋਵੋ ਉਦੋਂ. ਮੇਰੇ ਕੋਲ 29 ਦੇ ਹੋਣੇ, ਸਮਥਿੰਗ ਲਾਈਕ ਦੇ, 29-30 ਸਾਲ ਦੇ. ਅਤੇ ਬਹੁਤ ਆਦਮੀ ਪਰੇਸ਼ਾਨ ਹੁੰਦਾ ਕਿ ਮੈਂ ਇਹਦੇ ਨਾਲ ਕੰਮ ਜਿਸ ਤਰ੍ਹਾਂ ਚਾਹੁੰਦੇ ਨੇ ਕਰ ਵੀ ਸਕਾਂਗਾ ਕਿ ਨਹੀਂ. ਉਹ ਮਾਸਟਰ ਦੀ ਅਪਰਚੂਨਿਟੀ ਵੀ ਸੀ. ਇਹ ਵੀ ਦਿਲੋਂ ਜਾਣਦੇ ਸਾਂ ਕਿ ਇਹੋ ਜਿਹੀ ਅਪਰਚੂਨਿਟੀ ਹੋਰ ਨਹੀਂ ਲੱਭਣੀ ਕਦੀ ਵੀ, ਜਿਹੜਾ ਕਿ ਆਦਮੀ ਪ੍ਰਾਊਡਲੀ ਕਹਿ ਸਕੇ ਕਿ ਮੈਂ ਕਰਬੂਜ਼ਰ ਨਾਲ ਕੰਮ ਕੀਤਾ. ਕਿੰਨੇ ਕੁ ਬੰਦੇ ਕਹਿ ਸਕਦੇ ਨੇ. ਅਤੇ ਫਿਰ ਉਹ ਅਸੀਂ ਇਹਨਾਂ ਦੇ
ਮਿਊਜ਼ੀਅਮ ਐਂਡ ਆਰਟ ਗੈਲਰੀ ਦਾ ਪ੍ਰੋਜੈਕਟ ਇਹਨਾਂ ਦੇ ਨਾਲ ਕੀਤਾ। ਅਤੇ ਉਹ ਇੱਕ ਕਿਤਾਬ ਦੇ ਵਿੱਚ ਮੇਰੇ ਕੰਮਾਂ ਦੇ ਬਾਰੇ 'ਚ 2 ਕਿਤਾਬਾਂ ਲਿਖੀਆਂ। ਇੱਕ ਤਾਂ ਵਿਕਰਮਾਦਿੱਤਿਆ ਪ੍ਰਕਾਸ਼ ਨੇ ਲਿਖੀ ਹੈ, ਜਿਹੜਾ ਇਸ ਵੇਲੇ ਪ੍ਰੋਫੈਸਰ ਹੈ ਸਿਆਟਲ 'ਚ, ਸਿਆਟਲ ਹਾਂਜੀ, ਅਮਰੀਕਾ 'ਚ। ਔਰ ਦੂਸਰੀ ਇੱਥੇ ਆਪਣੇ SS ਭੱਟੀ ਨੇ ਮੇਰੇ ਕੰਮਾਂ ਦੇ ਬਾਰੇ, ਮੇਰੀ ਲਾਈਫ ਦੇ ਬਾਰੇ 'ਚ 2 ਕਿਤਾਬਾਂ ਨੇ। ਦੇਖੀ ਹੋਣੀਆਂ ਸ਼ਾਇਦ, ਹਾਂਜੀ, ਨਹੀਂ ਤਾਂ ਉਸ ਦਿਨ ਲੈ ਆਵਾਂਗੇ ਕਿਸੇ ਦਿਨ ਦਿਖਾ ਦਿਆਂਗੇ। ਠੀਕ ਹੈ ਜੀ, ਹਾਂਜੀ। ਅਤੇ ਉਹਨਾਂ ਨਾਲ ਬੜਾ ਅੱਛਾ, ਲੇਕਿਨ ਜਿੰਨੇ ਉਹ ਸਟਰਨ ਲੱਗਦੇ ਸਨ ਕਰਬੂਜ਼ੇ, ਉਹ ਮੇਰਾ ਐਕਸਪੀਰੀਅੰਸ ਉਹਨਾਂ ਨਾਲ ਥੋੜ੍ਹਾ ਅੱਛਾ ਰਿਹਾ, ਪਲੈਜ਼ੈਂਟ ਰਿਹਾ। ਉਹ ਮੈਂ ਲਿਖਿਆ ਵੀ ਹੈ ਉਸ ਕਿਤਾਬ ਦੇ ਵਿੱਚ ਕਿ ਮੈਨੂੰ ਕਹਿਣ ਲੱਗੇ ਇੱਕ ਦਿਨ ਕਿ ਬਈ ਬੜੀ ਗਰਮੀ ਹੈ ਔਰ ਸਾਰਾ ਕੁਛ, ਅਤੇ ਕਿ ਐਸਦੀ ਯੂ ਵਾਂਟ ਟੂ ਕਿਲ ਮੀ ਔਰ ਵਾਟ, ਕੋਈ ਪਾਣੀ ਪੀਣ ਨੂੰ ਨਹੀਂ, ਕੋਈ ਕੁਛ ਨਹੀਂ। ਸੋ ਮੈਂ ਗਿਆ ਕੋਲਡ ਡਰਿੰਕ ਲਿਆਉਣ ਦਾ, ਅਤੇ ਉਹ ਮੈਂ ਗਲਾਸ ਉਹ ਫੜਿਆ, ਨਾਲ ਹੀ ਇੱਕਦਮ ਕਹਿੰਦੇ ਨੇ ਕਿ ਭਈ ਇਹ ਕੀ ਚੀਜ਼ ਹੈ। ਮੇਰੇ ਜਵਾਬ ਦੇਣ ਤੋਂ ਪਹਿਲਾਂ ਹੀ ਉਹ ਕਹਿੰਦੇ ਮੇਰੇ ਸਿਰ ਬਾਲ ਹੈ, ਮਾਈ ਹੇਅਰ, ਆਈ ਵੋਂਟ ਗਿਵ ਯੂ ਬਿਕਾਜ਼ ਯੂ ਵਿਲ ਸੈਲ ਇਟ ਫॉर $1 million। ਉਹ ਆਪਣੇ ਪਾਕਟ 'ਚ ਪਾ ਲਿਆ। ਇਹ ਮੈਂ ਉਸ ਕਿਤਾਬ 'ਚ ਲਿਖਿਆ ਹੈ। ਆਪਣੀ ਵਰਡ ਕੋ ਜਾਣਦੇ ਸੀਗੇ ਆਪਣੀ ਤੋ ਆਪਣੇ ਮੇਰੇ ਨਾਲ ਉਹਨਾਂ ਦਾ ਸ਼ਾਇਦ ਮੈਂ ਯੰਗ ਸਾਂ, ਕਾਫੀ ਪਲੈਜ਼ੈਂਟ ਐਕਸਪੀਰੀਅੰਸ ਰਿਹਾ, ਅਤੇ ਕੰਮ ਵੀ ਕਰਦੇ ਰਹੇ। ਕੰਮ ਅੱਛਾ ਕਰਨਾ ਪੈਂਦਾ ਹੈ, ਅਤੇ ਇਹੋ ਜਿਹੀ ਸਿਚੁਏਸ਼ਨ ਪਲੈਜ਼ੈਂਟ ਲਿਆਉਣ ਵਾਸਤੇ ਇਹ ਮੇਰਾ ਐਕਸਪੀਰੀਅੰਸ ਸੀ। ਅਨਫੋਰਚੂਨੇਟਲੀ ਜਦੋਂ ਮਿਊਜ਼ੀਅਮ ਬਿਲਡਿੰਗ ਹਾਲੀ ਫਸਟ ਫਲੋਰ ਦੇ ਲਾਗੇ ਚਾਗੇ ਆਈ ਸੀ, ਅਤੇ ਉਹਨਾਂ ਦੀ ਡੈਥ ਹੋ ਗਈ 1967 'ਚ। ਅਤੇ ਫਿਰ ਸਾਰਾ ਕੰਮ ਦਾ ਬੋਝ ਮੇਰੇ 'ਤੇ ਆ ਗਿਆ। ਲੱਕਲੀ ਰੰਧਾਵਾ ਸਾਹਿਬ ਸਨ, ਉਹਨਾਂ ਨੇ ਬਹੁਤ ਜ਼ਿਆਦਾ ਇੰਟਰਸਟ ਲਿਆ ਗੌਰਮੈਂਟ ਕੋਲੋਂ, ਦਿੱਲੀ ਜਾ ਕੇ ਪੈਸੇ ਵੀ ਲਿਆਉਂਦੇ, ਕਿਉਂਕਿ ਉੱਥੇ ਚਾਈਨਾ ਅਵਾਰਡ ਦੀ ਕੋਈ ਗੱਲ ਸੀ, ਇਹ ਉਹ ਸਾਰੇ ਕੰਮ ਬੰਦ ਹੋ ਗਏ ਸਨ। ਅਤੇ ਇਸ ਤਰ੍ਹਾਂ ਚੱਲਦਾ ਰਿਹਾ। ਕੁਛ ਨਹੀਂ ਕਹਿਣਾ, ਮੈਂ ਉੱਥੇ ਬੈਠ ਕੇ ਦੇਖਾਂਗਾ ਤੁਹਾਡੇ ਨਾਲ। ਮੈਂ ਕੀ ਕਹਿਣਾ ਹੈ ਨਾ, ਮੈਂ ਤਾਂ ਇਹੋ ਹੀ ਕਹਿ ਸਕਦਾ ਕਿ ਜਿਹੜਾ ਹੁਣ ਮੈਂ ਬੋਲਿਆ ਹੈ ਪਹਿਲਾਂ ਹੀ ਕਹਿ ਚੁੱਕਾ ਕਿ ਮੈਂ ਤਾਂ ਵਿਊ ਕਰਨ ਆਇਆ ਕਿ ਮੇਰੇ ਬੱਚਿਆਂ ਨੇ ਜਿਹੜੇ ਕਿ ਬੜੇ ਕੰਸੀਡਰੇਟ ਨੇ, ਲਵਿੰਗ ਨੇ, ਉਹਨਾਂ ਨੇ ਮੇਰੀ ਲਾਈਫ ਔਰ ਮੇਰੇ ਕੰਮਾਂ ਦੇ ਬਾਰੇ ਵਿੱਚ ਆਪਣੀਆਂ ਅੱਖਾਂ ਦੇ ਨਾਲ ਕੀ ਦੇਖਿਆ, ਔਰ ਉਹਨਾਂ ਨੇ ਆਪਣੀਆਂ ਜੋ ਸਮਝ ਆਈ ਉਹਨਾਂ ਨੇ ਉਹਨੂੰ ਕਿਸ ਤਰ੍ਹਾਂ ਇੰਟਰਪ੍ਰੇਟ ਕੀਤਾ। ਮੈਂ ਤਾਂ यही कहूँगा कि आर्किटेक्चर जो है ना एक बड़ा सील है, एक गहरा प्रोफेशन है। इसमें जितना गहरा जाओगे उतना ही कुछ पाओगे। कहते हैं ना, जब हमने शुरू किया तो खेतों से सड़कें बनती शुरू हुई, ये वो सारा देखा, तो अब तो लगता है कि ये ऐसा इतना शहर भी खड़ा हो सकता है जो हमने अपनी आंखों से ऊपर आते देखा। तो ये एक बड़ा एक्सपीरियंस है अपने आप में, एक शहर को बनने देखना, उसमें आप एज एन आर्किटेक्चर भी स्टडी करते हो, सर्विसेज का भी पता चलता है, पानी बिजली का, और सर्विसेज के अलावा जो प्लानिंग है वो भी, प्लानिंग, आर्किटेक्चर, लैंडस्केपिंग, ये सारे इकट्ठे एक भाषा बोलते हैं चंडीगढ़ में। आए हैं, इनफैक्ट मैं भी आज विजिटरी हूँ, व्यूअर हूँ, तो मैं इसमें ज़्यादा पार्टिसिपेट नहीं कर पा रहा, बट certainly I can talk about my life and my works very much as they desire to
کام کیے ہیں چندی گڑھ سے شروع ہوئی میری زندگی. I have grown with the city. تو اس کے بعد میں میلان پڑھنے چلا گیا پھر واپس آئے. تو میں ایسا بھی بتا رہا ہوں کہ چیف آرکیٹیکٹ اسرو اسپیس ریسرچ میں وہاں چلے گئے. I remained there for 10 years. تو وہاں پر ڈاکٹر سارا بھائی سے کام شروع کیا. پروفیسر دھون رہے, یو آر راؤ رہے. یو آر راؤ کا میں نے مکان بنایا. دھون کا بنانا کا بھی میں آ گیا. عبدالکلام تو ہمارے ساتھ ہی کام کرتے تھے. تو ایسے ایٹماسفیئر میں ایسے لوگوں کے ساتھ چندی گڑھ میں کربوزے جنرل کے ساتھ کام کیا. اس سے زیادہ کیا ہو سکتا. نو ادر آرکیٹیکٹ اس دا ریئرسٹ آف دا اپرچونیٹی ملائی فار بخشیلا. تو کسی اور آرکیٹیکٹ کو اتنی اپرچونیٹی نہیں ملی. یہاں میرے بہت سینئر بھی تھے but I am not talking about myself too much. تو اس کے بعد پھر ڈپارٹمنٹ اسپیس سے میں نے اپنی پریکٹس شروع کر دی کیونکہ میں جہاں جاتا تھا وہاں اگر کوئی انٹرسٹنگ کام کرنے کو نہیں رہتا تھا تو میں وہ چھوڑ دیتا تھا. اور میں کوئی ڈی این وغیرہ اسٹوڈنٹ رکھ کے نہیں رہتا تھا رپورٹ. تو ڈپارٹمنٹ اسپیس میں بھی مجھے وہاں پرماننٹ چیف آرکیٹیکٹ بنا دیا. اور وہاں پر ہر 4 سال کے بعد پروموشن ہو جاتی ہے. ہم لوگ خود اپنا ٹور وہاں پر میں نے سارے کنٹری میں ادھر ادھر ہر جگہ پہ بہت سارے میں نے کام کیے ساؤتھ سے لے کر کے نارتھ تک. تو احمدآباد میں, وزاکھپٹنم میں, چنئی میں, دلی میں, میں. تو یہ ہر جگہ پہ بہت سارے کام کرتے رہے ہم. اور ہر کام میں جو آپ یہاں دیکھیں گے کہ ہم نے کچھ کریٹ کیا ہے. کوئی نہ تو کاپی کبھی کی ہے کسی کے. میرے جو مینٹر تھے, جو میرے ماسٹر تھے, جن سے ہم نے سیکھا, ان کو بھی ہم نے کاپی نہیں کیا. نہ ہی وہ چاہتے تھے کہ مجھے کاپی نہ کرو, پر مجھے کہتا تھا مجھے کاپی نہ کرو, ویسے کرو جیسے میں نے کیا. میں نے بھی کسی کو کاپی نہیں کیا تھا. اینڈ آئی ڈیڈ واٹ ایور مائی ہارٹ وانٹڈ. تو ایسے ہی چلو. تو ہم ایسے ہی چلتے گئے. تو یہ ہماری زندگی. انفیکٹ میں تو آج یہاں to express my gratitude to my children, those who have prepared a documentary on my life and work.